ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਤੇ ਪਦ 5ਵਾਂ ਉਹਨੂੰ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿੰਨੀ ਮਿਹਰ ਕਰਦੇ ਆ ਆਪਣੇ ਵਿਚਾਰੇ ਸਿੱਖ ਉੱਤੇ, ਓਨਾ ਹੀ ਉਹ ਬੋਲ ਸਕਦਾ ਹੈ, ਓਨਾ ਹੀ ਸੋਚ ਸਕਦਾ ਹੈ, ਓਨਾ ਹੀ ਸੁਣ ਸਕਦਾ ਹੈ। ਜੋ ਕੁਝ ਵੀ ਇਨਸਾਨ ਕਰਦਾ ਗੁਰੂ ਦੀ ਮਿਹਰ ਦੇ ਨਾਲ ਹੀ ਕਰ ਸਕਦਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਸੁਖਮਨੀ ਸਾਹਿਬ ਦੇ ਵਿੱਚ ਸਮੇਂ ਨੂੰ ਨਾਮ ਦੇ ਨਾਲ ਜੋੜਿਆ ਹੈ। ਇੱਕ ਇੱਕ ਪਲ ਪਲ, ਛਿਨ ਛਿਨ ਸਫਲਾ ਬਣਾਇਆ ਹੈ। ਸੱਚੇ ਪਾਤਸ਼ਾਹ ਨੇ ਪ੍ਰਾਣੀ ਜਿਹੜਾ ਕਿ ਇਸ ਜਨਮ ਦੇ ਵਿੱਚ ਲਾਹਾ ਖੱਟਣ ਦੇ ਲਈ ਆਇਆ ਹੈ, ਉਹਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਵਿਧੀ ਸਮਝਾਈ ਹੈ ਕਿ ਤੂੰ ਸਮੇਂ ਨੂੰ ਅਜਾਈ ਨਾ ਜਾਣ ਦੇ। ਤੈਨੂੰ ਬੜੇ ਭਾਗਾਂ ਨਾਲ ਇਹ ਸਮਾਂ ਮਿਲਿਆ ਹੈ। 84 ਲੱਖ ਜੂਨ ਤੋਂ ਬਾਅਦ ਤੈਨੂੰ ਇਹ ਇਨਸਾਨ ਦਾ ਜਾਮਾ ਮਿਲਿਆ ਹੈ। ਇਹਨੂੰ ਸਫਲ ਬਣਾ ਲੈ। 24 ਘੰਟੇ, ਹਰ ਮਿੰਟ, ਹਰ ਪਲ, ਹਰ ਸਵਾਸ ਨੂੰ ਤੂੰ ਪਵਿੱਤਰ ਬਣਾ ਸਕਦਾ ਹੈ ਗੁਰੂ ਦੇ ਨਾਮ ਦੇ ਨਾਲ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਨੀ ਸਾਹਿਬ ਦੇ ਵਿੱਚ। ਐਵਰੇਜ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ ਤਕਰੀਬਨ 24,000 ਸਾਹ ਆਉਂਦੇ ਹਨ। 8 ਪਦ ਹਨ ਹਰ ਅਸ਼ਟਪਦੀ ਦੇ। 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ। ਸੋ 8 ਪਦ 8 ਪਹਿਰ 24 ਘੰਟੇ ਹੀ ਦਰਸਾਉਂਦੇ ਹਨ। ਸਮਾਂ ਤੇ ਪ੍ਰਾਣੀ ਦੋਨੇ ਹੀ ਆਰਜੀ ਹਨ, ਕਾਲ ਰੂਪੀ ਹਨ। ਸਮਾਂ ਵੀ ਮੁੱਕ ਜਾਂਦਾ ਹੈ, ਇਨਸਾਨ ਵੀ ਮੁੱਕ ਜਾਂਦਾ ਹੈ। ਪਰ ਇਹਨਾਂ ਦੋਨਾਂ ਨੂੰ ਸਫਲਾ ਬਣਾਉਣ ਦੇ ਲਈ ਸਮੇਂ ਤੇ ਪ੍ਰਾਣੀ ਦਾ ਸੰਬੰਧ ਹੈ। ਇਨਸਾਨ ਨੇ ਸਮਾਂ ਆਪਣੇ ਸੁੱਖ ਲਈ ਬਣਾਇਆ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਸਮੇਂ ਦੀ ਕੋਈ ਲੋੜ ਨਹੀਂ ਹੈ। ਜਿਹਨੇ ਕਦੇ ਮੁੱਕਣਾ ਹੀ ਨਹੀਂ, ਉਹਨੂੰ ਸਮੇਂ ਦੀ ਕੀ ਲੋੜ। ਜਿਹੜਾ ਕਦੇ ਜਨਮਿਆ ਹੀ ਨਹੀਂ, ਉਹਨੂੰ ਸਮੇਂ ਦੀ ਕੀ ਆਵਸ਼ਕਤਾ। ਪ੍ਰਭੂ ਸਮੇਂ ਦੀ ਗਿਣਤੀ ਮਿਣਤੀ ਤੋਂ ਬਾਹਰ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਨਸਾਨ ਨੂੰ ਪ੍ਰਭੂ ਦੇ ਵਿੱਚ ਸਮਾ ਜਾਣ ਦੀ ਵਿਧੀ ਸਮਝਾਈ ਹੈ। ਉਹਦਾ ਰੂਪ ਬਣਨ ਦੇ ਲਈ ਹੀ ਸੁਖਮਨੀ ਸਾਹਿਬ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦੀ ਇੱਕ ਬੜੀ ਹੈ, ਉਹ ਮਨੁੱਖਤਾ ਨੂੰ ਪ੍ਰਦਾਨ ਕੀਤੀ ਹੈ। ਸੱਚੇ ਪਾਤਸ਼ਾਹ ਨੇ ਮੇਨ ਮਨੋਰਥ ਸੁਖਮਨੀ ਸਾਹਿਬ ਦੇ ਵਿੱਚ ਪ੍ਰਭੂ ਤੇ ਇਨਸਾਨ, ਸਿੱਖ ਤੇ ਗੁਰੂ, ਕਿਸ ਤਰ੍ਹਾਂ ਪ੍ਰਾਣੀ ਆਪਣਾ ਜੀਵਨ ਸੁਧਾਰ ਸਕਦਾ ਹੈ, ਕਿਸ ਤਰ੍ਹਾਂ ਗੁਰੂ ਉੱਤੇ ਕੁਰਬਾਨ ਹੋ ਸਕਦਾ ਹੈ। ਜੇ ਮਾਇਆ ਵੱਲ ਚਲੇ ਗਿਆ ਤਾਂ ਮਾਇਆ ਦਾ ਗੁਲਾਮ ਬਣ ਗਿਆ, ਨਿੰਦਕ ਬਣ ਗਿਆ, ਚੁਗਲਖੋਰ ਬਣ ਗਿਆ, ਇੱਕ ਖਲ ਨਾਇਕ ਦਾ ਰੂਪ ਧਾਰਨ ਕਰ ਲਿਆ। ਤੇ ਜੇ ਪ੍ਰਭੂ ਵੱਲ ਮੁੜ ਆਇਆ ਤਾਂ ਸੇਵਕ ਬਣ ਗਿਆ, ਜਨ ਬਣ ਗਿਆ, ਦਾਸ ਬਣ ਗਿਆ, ਗੁਰੂ ਦਾ ਪਿਆਰਾ ਸਿੱਖ ਬਣ ਗਿਆ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਇਨਸਾਨ ਨੂੰ ਸਵਾਲ ਪੁੱਛਦੇ ਹਨ
ਪ੍ਰਾਣੀ ਤੋਂ ਸਵਾਲ ਪੁੱਛਦੇ ਹਨ, ਪਰ ਉਹ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ। ਦਰਅਸਲ ਇਨਸਾਨ ਨੂੰ ਸਵਾਲ ਹੀ ਰਾਹ ਦਿਖਾ ਰਿਹਾ ਹੈ। ਸਵਾਲ ਦੇ ਵਿੱਚ ਹੀ ਮੋਕਸ਼ ਹੈ, ਸਵਰਗ ਹੈ, ਬਾਹਿਸ਼ਤ ਹੈ। ਸੱਚੇ ਪਾਤਸ਼ਾਹ ਦਾ ਸਵਾਲ ਹੀ ਇੱਕ ਬਹੁਤ ਵੱਡਾ ਰਾਹ ਦਿਖਾਉਣ ਦਾ ਚਾਨਣ ਮਨਾਰਾ ਹੈ। ਸੱਚੇ ਪਾਤਸ਼ਾਹ ਮਿਹਰ ਕਰ ਰਹੇ ਹਨ, ਜਿਸ ਬਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਗੁਰੂ ਪਿਆਰਿਓ, ਆਪਾਂ ਇਸ ਦੁਨੀਆ ਦੇ ਵਿੱਚ ਸ਼ਾਪਿੰਗ ਕਰਦੇ ਹਾਂ। ਪਹਿਲਾਂ ਲਿਸਟਾਂ ਬਣਾ ਲੈਂਦੇ ਹਾਂ ਕਿ ਘਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈ, ਫਿਰ ਉਹ ਲਿਸਟ ਨਾਲ ਲੈ ਜਾਂਦੇ ਹਾਂ। ਕਈ ਵਾਰ ਇੱਕ ਸਟੋਰ ਤੋਂ ਸਾਰੀਆਂ ਵਸਤਾਂ ਨਹੀਂ ਮਿਲ ਸਕਦੀਆਂ, ਵੱਖਰੇ ਵੱਖਰੇ ਸਟੋਰਾਂ ਉੱਤੇ ਜਾਣਾ ਪੈਂਦਾ ਹੈ। ਪਰ ਇਹ ਜ਼ਰੂਰੀ ਹੈ ਕਿ ਲੋੜ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਘਰ ਦੇ ਵਿੱਚ ਪੁੱਜਣੀਆਂ ਚਾਹੀਦੀਆਂ ਹਨ। ਇਨਸਾਨ ਪ੍ਰਭੂ ਨੇ ਤਿਆਰ ਬਰ ਤਿਆਰ ਕਰਕੇ ਇਸ ਦੁਨੀਆ ਦੇ ਵਿੱਚ ਭੇਜਿਆ ਹੈ ਕਿ ਜਾ ਭਾਈ, ਜਿਹੜੀਆਂ ਚੀਜ਼ਾਂ ਦੀ ਤੈਨੂੰ ਲੋੜ ਹੈ ਇਹ ਦੁਨੀਆ ਦੀ ਨਗਰੀ ਤੋਂ ਖਰੀਦ ਲੈ। ਪ੍ਰਾਣੀ ਬੜੇ ਹਿਸਾਬ ਕਿਤਾਬ ਦੇ ਨਾਲ ਆਪਣੀ ਲਿਸਟ ਬਣਾ ਕੇ ਲੈ ਕੇ ਆਇਆ ਹੈ। ਉਹਦੀ ਲਿਸਟ ਦੇ ਉੱਤੇ ਸਭ ਤੋਂ ਉੱਤੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਭੂ ਦਾ ਨਾਮ ਜਪ। ਕਿਉਂਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ ਪ੍ਰਾਣੀ 9 ਮਹੀਨੇ ਰਿਹਾ ਤਾਂ ਉੱਥੇ ਪ੍ਰਭੂ ਨਾਲ ਵਾਅਦਾ ਕੀਤਾ ਕਿ ਮੈਨੂੰ ਇਸ ਕਾਲ ਕੋਠੜੀ 'ਚੋਂ ਬਾਹਰ ਕੱਢ, ਤੂੰ ਮੇਰਾ ਦਾਤਾ ਹੈ, ਤੂੰ ਮੇਰਾ ਵਿਧਾਤਾ ਹੈ, ਮੈਂ ਤੇਰਾ ਹਾਂ, ਤੂੰ ਮੇਰਾ ਹੈ। ਮੈਂ ਤੇਰਾ 24 ਘੰਟਿਆਂ ਦੇ ਵਿੱਚ 2.5 ਘੰਟੇ 10ਵਾਂ ਹਿੱਸਾ ਨਾਮ ਜਪਾਂਗਾ, ਅਤੇ ਜੋ ਮੈਂ ਜ਼ਿੰਦਗੀ ਦੇ ਵਿੱਚ ਕਮਾਵਾਂਗਾ ਤੇਰੇ ਦੱਬੇ ਕੁਚਲੇ ਲੋਕ, ਮਜ਼ਲੂਮ ਗਰੀਬ ਲੋਕ, ਉਹਨਾਂ ਨੂੰ ਮੈਂ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਧਨ ਵੀ ਦੇਵਾਂਗਾ। ਇਹ ਮੇਰਾ ਤੇਰੇ ਨਾਲ ਵਾਅਦਾ ਰਿਹਾ। ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਇਨਸਾਨ ਨੂੰ ਇਸ ਧਰਤੀ ਉੱਤੇ ਭੇਜਿਆ, ਜਨਮ ਹੋਇਆ, ਵੱਡਾ ਹੋਇਆ, ਪਾਲਿਆ, ਸਭ ਖੁਸ਼ੀਆਂ ਉਹਦੇ ਉੱਤੋਂ ਨਿਸ਼ਾਵਰ ਕਰ ਦਿੱਤੀਆਂ। ਪਰ ਜਿਹੜੀ ਲਿਸਟ ਉਹ ਲੈ ਕੇ ਨਾਲ ਆਇਆ ਸੀ, ਦਰਿਆਵੀ ਸਟੋਰਾਂ ਵਾਂਗੂ, ਜਿਹੜੀਆਂ ਚੀਜ਼ਾਂ ਉਸ ਲਿਸਟ ਦੇ ਵਿੱਚ ਲਿਖੀਆਂ ਵੀ ਨਹੀਂ ਹੋਈਆਂ ਸਨ, ਉਹਨਾਂ ਨੂੰ ਖਰੀਦ ਕੇ ਲਿਆ ਕੇ ਇਹਨੇ ਘਰ ਭਰ ਦਿੱਤਾ। ਚੁਗਲੀ ਨਿੰਦਿਆ ਉਸ ਲਿਸਟ ਦੇ ਵਿੱਚ ਲਿਖੀ ਨਹੀਂ ਸੀ, ਇਹਨੇ ਰੱਜ ਕੇ ਕੀਤੀ। ਗਰੀਬਾਂ ਦੇ ਹਿਰਦੇ ਦਿਖਾਉਣਾ ਉਹਦੇ ਵਿੱਚ ਦਰਜ ਨਹੀਂ ਸੀ, ਇਹਨੇ ਬਾਖੂਬੀ ਦੇ ਨਾਲ ਗਰੀਬਾਂ ਨੂੰ ਜਲੀਲ ਕੀਤਾ। ਧਨ ਦੇ ਲਈ, ਸਵਾਰਥ ਦੇ ਲਈ ਇਹਨੇ ਮਜ਼ਲੂਮਾਂ ਦਾ ਖੂਨ ਪੀਤਾ। ਇਹ ਸਾਰਾ ਕੁਝ ਪ੍ਰਭੂ ਦੇ ਕੋਲੋਂ ਜਦੋਂ ਇਹ ਆਇਆ ਵਾਅਦਾ ਕਰਕੇ, ਮਿਸਟਰ ਹਿਊਮਨ ਬੀਇੰਗ ਲਿਸਟ ਦੇ ਵਿੱਚ ਸ਼ਾਮਲ ਨਹੀਂ ਸੀ। ਜਦੋਂ ਦੁਨੀਆ ਦੇ ਵਿੱਚ ਆ ਕੇ ਮਾਇਆ ਦੇ ਮਗਰ ਲੱਗ ਪਿਆ ਤਾਂ ਇਹਨੇ ਇੱਕ ਹੋਰ ਲਿਸਟ ਬਣਾ ਲਈ
ਡੁਪਲੀਕੇਟ ਲਿਸਟ, ਪਰਮਾਤਮਾ ਦਾ ਨਾਂ ਹੀ ਵਿੱਚੋਂ ਕੱਢ ਦਿੱਤਾ, ਜਿਹੜਾ ਵੋਟਾਂ ਕਰਕੇ ਇੱਕੋ ਹੀ ਇੱਕ ਸੌਦਾ ਖਰੀਦਣ ਦਾ ਲਿਖਿਆ ਹੋਇਆ ਸੀ। ਇੱਕੋ ਹੀ ਇੱਕ ਪਰਮਾਤਮਾ ਦਾ ਨਾਂ ਜਪਣਾ, ਉਹਨੂੰ ਆਪਣੇ ਜੀਵਨ ਦੇ ਵਿੱਚ ਸਮਾਉਣਾ, ਉਹ ਬਿਲਕੁਲ ਬਾਹਰ ਕੱਢ ਦਿੱਤਾ। ਜਿਹੜੇ ਪ੍ਰਭੂ ਦੇ ਨਾਲ ਵਾਅਦਾ ਕੀਤਾ ਸੀ, ਉਹਦੇ ਕੋਲ ਇਹਦੀ ਇੱਕ ਲਿਸਟ ਦੀ ਕਾਪੀ ਮੌਜੂਦ ਹੈ, ਜਿਹੜੀ ਕਿ ਓਰੀਜਨਲ ਹੈ। ਇਹ ਤਾਂ ਇੱਕ ਫੋਟੋ ਸਟੇਟ ਕਾਪੀ ਲੈ ਕੇ ਦੁਨੀਆ ਦੇ ਉੱਤੇ ਆਇਆ ਅਤੇ ਇੱਥੇ ਆ ਕੇ ਇਹਨੇ ਉਹ ਕਾਪੀ ਨੂੰ ਪਾੜ ਕੇ ਪਰੇ ਮਾਰਿਆ ਅਤੇ ਮਾਇਆ ਦੀ ਦਿੱਤੀ ਹੋਈ ਸੋਹਣੀ ਜਿਹੀ ਲਿਸਟ ਉੱਤੇ ਬੇਸ਼ੁਮਾਰ ਲੋੜਾਂ ਭਰ ਲਈਆਂ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਇਸ ਮਨੁੱਖ ਨੂੰ ਯਾਦ ਹੀ ਕਰਵਾ ਰਹੇ ਹਨ ਕਿ ਭਾਈ ਗੁਰਸਿੱਖਾ, ਤੂੰ ਜਦੋਂ ਉੱਥੋਂ ਆਇਆ ਤਾਂ ਸੌਦਾ ਖਰੀਦਣਾ ਸੀ, ਸਮਾਨ ਲੈਣਾ ਸੀ, ਉਹ ਤੇਰੀ ਲਿਸਟ ਕਿੱਥੇ ਗਈ ਜਿਹੜੀ ਅਕਾਲ ਪੁਰਖ ਦੇ ਸਾਹਮਣੇ ਬਣਾਈ ਸੀ। ਸੱਚੇ ਪਾਤਸ਼ਾਹ ਇਸ ਮਿਸਟਰ ਹਿਊਮਨ ਬੀਇੰਗ ਨੂੰ ਪੁੱਛ ਰਹੇ ਹਨ, ਜਿਸ ਬਖਰ ਕੋ ਲੈਣ ਤੂੰ ਆਇਆ, ਜਿਹੜਾ ਸੌਦਾ ਖਰੀਦਣ ਤੂੰ ਆਇਆ ਭਾਈ, ਉਹ ਤੈਨੂੰ ਲੱਭਦਾ, ਮਾਇਆ ਦੇ ਘਰ ਦੇ ਵਿੱਚੋਂ ਪ੍ਰਾਪਤ ਹੁੰਦਾ। ਤੈਨੂੰ ਜਿਹੜੇ ਮਾਇਆ ਦੇ ਚੁਗਲਖੋਰ ਨਿੰਦਕ ਆ ਉਹ ਸੌਦਾ ਦੇ ਰਹੇ ਨੇ। ਜੇ ਜਵਾਬ ਤੇਰਾ ਨਹੀਂ ਦੇ ਵਿੱਚ ਹੈ ਤਾਂ ਤੈਨੂੰ ਅਜੇ ਵੀ ਸਮਝਾਉਂਦੇ ਆ, ਤੇਰੇ ਭਲੇ ਦੀ ਗੱਲ ਦੱਸਦੇ ਆ। ਰਾਮ ਨਾਮ ਸੰਤਨ ਘਰ ਪਾਇਆ, ਜਿਹੜੇ ਉਹਨੂੰ ਪਿਆਰੇ ਨੇ, ਉਹਦੇ ਦੁਲਾਰੇ ਨੇ, ਉਹਨੂੰ ਜਪਦੇ ਨੇ, ਉਹਨੂੰ ਸਾਧਦੇ ਨੇ, ਉਹਨੂੰ ਅਰਾਧਦੇ ਨੇ, ਉਹ ਸੰਤਨ ਨੇ, ਸਾਧੂ ਲੋਕ ਨੇ, ਜਨ ਨੇ, ਸੇਵਕ ਨੇ, ਦਾਸ ਨੇ। ਉਹਨਾਂ ਨੂੰ ਲੱਭ ਲਾ, ਉਹਨਾਂ ਦੇ ਘਰ ਚਲੇ ਜਾ, ਉੱਥੋਂ ਤੈਨੂੰ ਸਰਬ ਵਿਆਪਕ ਸੁਆਮੀ ਦਾ ਨਾਮ ਲੱਭ ਜਾਵੇਗਾ। ਜਿਹੜਾ ਤੂੰ ਲੈਣ ਇਸ ਧਰਤੀ ਦੇ ਉੱਤੇ ਲਿਸਟ ਬਣਾ ਕੇ ਆਇਆ ਹੈ, ਤਜ ਅਭਿਮਾਨ ਲੇਹੋ ਮਨ ਮੇ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਫਿਰ ਜਦੋਂ ਅਸੀਂ ਸਟੋਰਾਂ ਉੱਤੇ ਜਾਂਦੇ ਹਾਂ ਤਾਂ ਜ਼ਿਆਦਾਤਰ ਵਸਤਾਂ ਦੇ ਉੱਤੇ ਨਾਂ ਲਿਖਿਆ ਹੁੰਦਾ, ਕੰਪਿਊਟਰਾਈਜ਼ਡ ਸਟਿੱਕਰ ਲੱਗਿਆ ਹੁੰਦਾ, ਮਸ਼ੀਨ ਦੇ ਮੂਹਰੇ ਘੁਮਾਵੋ ਪ੍ਰਾਈਸ ਆ ਜਾਂਦੀ ਹੈ। ਪਰ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਭਾਰ ਤੋਲ ਲਿਆ ਜਾਂਦਾ ਹੈ, ਖੁੱਲ੍ਹੀਆਂ ਮਿਲਦੀਆਂ ਹਨ, ਸਕੇਲ ਦੇ ਉੱਤੇ ਰੱਖੀਆਂ ਜਾਂਦੀਆਂ ਹਨ, ਫਿਰ ਉਹਨਾਂ ਦਾ ਪਰ ਪਾਊਂਡ ਭਾਅ ਦੇਖ ਕੇ ਪੈਸੇ ਲਗਾ ਦਿੱਤੇ ਜਾਂਦੇ ਹਨ। ਅਤੇ ਇਹ ਸਾਰੀ ਕਿਰਿਆ ਮੈਨੂਅਲ ਹੁੰਦੀ ਹੈ, ਇਨਸਾਨ ਨੂੰ ਕਰਨੀ ਪੈਂਦੀ ਹੈ, ਕੰਪਿਊਟਰ ਨੂੰ ਇਹ ਨਹੀਂ ਪਤਾ। ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਸਮਝਾ ਰਹੇ ਨੇ। ਪੁਰਾਣੀ ਪਹਿਲਾਂ ਤਾਂ ਲਿਸਟ ਗਵਾਤੀ ਜਾਂ ਪਾੜਤੀ, ਤੈਨੂੰ ਡੁਪਲੀਕੇਟ ਕਾਪੀ ਪ੍ਰਭੂ ਨੇ ਫੇਰ ਦੇਤੀ। ਹੁਣ ਲਿਸਟ ਤੇਰੇ ਕੋਲ ਹੈ ਬਈ ਤਾਂ ਇੱਕੋ ਹੀ ਸੌਦਾ ਖਰੀਦਣਾ। ਤੈਨੂੰ ਇਹ ਵੀ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਦੱਸਤਾ ਕਿ ਕਿੱਥੋਂ ਮਿਲਦਾ। ਸੰਤਨ ਘਰ, ਉਹਦੇ ਪਿਆਰਿਆਂ ਦੇ ਘਰ ਦੇ ਵਿੱਚ ਇਹ ਸੌਦਾ ਮਿਲਦਾ ਰਾਮ ਨਾਮ ਦਾ। ਪਰ ਉਹਦੇ ਲਈ ਤੈਨੂੰ ਜਿਵੇਂ ਦਰਿਆਵੀ ਸਟੋਰ ਉੱਤੇ ਪੈਸੇ ਚਾਹੀਦੇ ਆ, ਉੱਥੇ ਤੈਨੂੰ ਕੁਛ ਦੇਣਾ ਪੈਣਾ। ਜੇ ਤਾਂ ਕੁਛ ਲੈਣਾ ਤਾਂ ਦੇਣਾ ਪੈਣਾ, ਵਾਸ਼ੀ ਕੀਮਤ ਦੇਣੀ ਪੈਣੀ ਹੈ ਤੈਨੂੰ। ਉਹਦੀਆਂ ਦੋ ਸ਼ਰਤਾਂ ਨੇ। ਜਦ ਤੂੰ ਸੰਤਨ ਘਰ ਚਲੇ ਗਿਆ ਭਾਈ,
ਇੱਕ ਤਾਂ ਤੈਨੂੰ ਛੱਡਣਾ ਪੈਣਾ ਕੁਛ, ਜਿਹੜੀ ਤੇਰੀ ਮਾਇਆ ਹੈ, ਜਿਹੜਾ ਗਰੂਰ ਤੈਨੂੰ ਚੜਿਆ ਹੋਇਆ ਹੈ, ਮੈਂ ਦਾ ਅਭਿਮਾਨ ਆ ਜਿਹੜਾ ਤੇਰਾ, ਉਹਨੂੰ ਤੈਨੂੰ ਛੱਡਣਾ ਪੈਣਾ। ਤਜ ਅਭਿਮਾਨ ਲਿਓ ਮਨ ਮੋਲ, ਅਭਿਮਾਨ ਨੂੰ ਛੱਡ ਕੇ ਆਪਣੇ ਮਨ ਨੂੰ ਵੇਚਣਾ ਪੈਣਾ ਤੈਨੂੰ ਪ੍ਰਭੂ ਦੇ ਅੱਗੇ। ਹਿਰਦੇ ਦੇ ਵਿੱਚ ਤੈਨੂੰ ਤੋਲਣਾ ਪੈਣਾ ਬਈ ਅਸਲੀ ਤੈਨੂੰ ਸੌਦਾ ਮਿਲ ਗਿਆ ਰਾਮ ਨਾਮ ਦਾ। ਮਨ ਨੂੰ ਵੇਚਣਾ ਪੈਣਾ, ਮੈਂ ਨੂੰ ਛੱਡਣਾ ਪੈਣਾ। ਬੜਾ ਸੌਖਾ ਸਾਦਾ ਤਰੀਕਾ, ਤੇ ਨਾਲੇ ਜਿਵੇਂ ਸੇਲ 'ਤੇ ਲੱਗਿਆ ਹੁੰਦਾ ਫਾਰ ਸੇਲ, ਉਹੀ ਗੱਲ ਤੈਨੂੰ ਪਾਤਸ਼ਾਹ ਸਮਝਾ ਰਹੇ ਆ ਵੀ ਪੁਰਾਣੀਆਂ ਸੇਲ 'ਤੇ ਲੱਗ ਗਿਆ। ਮਾੜੀ ਚੀਜ਼ ਤੈਨੂੰ ਛੱਡਣੀ ਪੈਣੀ ਹੈ। ਮੈਂ ਜਿਹੜੀ ਤੈਨੂੰ ਤੰਗ ਕਰਦੀ ਆ ਨਾਗਣੀ ਵਾਂਗੂ, ਜ਼ਹਿਰ ਫੈਲਾਉਂਦੀ ਆ ਤੇਰੇ ਸਰੀਰ ਦੇ ਵਿੱਚ, ਕੀ ਲੋੜ ਹੈ ਇਹਦੀ? ਛੱਡ ਦੇ। ਮਨ ਤੇਰਾ ਤੈਨੂੰ ਤੰਗ ਕਰਦਾ, ਟਿਕਣ ਨਹੀਂ ਦਿੰਦਾ, ਇਹਨੂੰ ਵੇਚ ਦੇ ਸਤਿਗੁਰ ਦੇ ਅੱਗੇ, ਪਰਮਾਤਮਾ ਦੇ ਅੱਗੇ। ਤੇ ਫਿਰ ਤੱਕੜੀ ਹੈ ਜਿਹੜੀ ਤੇਰੇ ਹਿਰਦੇ ਦੀ, ਉਹਨੂੰ 100 ਵੇਰ ਤੋਲ ਕੇ ਦੇਖ ਲੈ ਵੀ ਉਹਦਾ ਨਾਮ ਅਸਲੀ ਹੈ ਜਾਂ ਨਕਲੀ ਹੈ। ਕਿਉਂਕਿ ਤੇਰੀ ਆਦਤ ਪਈ ਹੋਈ ਹੈ ਪਿਆਰਿਆ ਨਕਲੀ ਚੀਜ਼ਾਂ ਖਰੀਦਣ ਦੀ। ਨਕਲੀ ਤੱਕੜੀਆਂ, ਨਕਲੀ ਵਸਤਾਂ ਖਰੀਦੀ ਜਾਂਦਾ। ਆਪਣੀ ਸਵੈ ਆਕੜ ਨੂੰ ਛੱਡ ਦੇ। ਸਵਾਮੀ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਜੋਖ ਤੇ ਆਪਣੀ ਜਿੰਦੜੀ ਨੂੰ ਦੇ ਕੇ ਜੇ ਤੂੰ ਇਹਨੂੰ ਖਰੀਦ ਲਵੇਂ, ਸੌਦਾ ਬੜਾ ਸਸਤਾ ਹੈ। ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਤੇਰਾ ਤਾਂ ਕੰਮ ਬਣਦਾ। ਜਿਹੜੀ ਮਾੜੀ ਚੀਜ਼ ਹੈ ਇਹਨੂੰ ਕੋਈ ਦਮੜੀ ਪਿੱਛੇ ਨਹੀਂ ਲੈਂਦਾ। ਤੈਨੂੰ ਇਹਦੀ 10 ਗੁਣਾ ਪ੍ਰਾਈਸ ਮਿਲ ਰਹੀ ਹੈ ਕਮਲਿਆ। ਵੇਚ ਸੁੱਟ। ਆਵਰ ਤਿਆਗ ਵੇਖਿਆ ਜੰਜਾਲ। ਵੇਖਿਆ ਦਾ ਜੰਜਾਲ ਪੈਦਾ ਕਰਨ ਵਾਲਾ ਕੌਣ ਹੈ? ਤੇਰੀ ਮਾਇਆ, ਜਿਹਦੇ ਇਸ਼ਾਰਿਆਂ ਦੇ ਉੱਤੇ ਤੂੰ ਨੱਚਦਾ ਟੱਪਦਾ ਫਿਰਦਾ। ਉਹਨੇ ਤੈਨੂੰ ਜੰਜਾਲ, ਜਿਵੇਂ ਬੱਕੜੀ ਜਾਲ ਬੁਣਦੀ ਹੈ ਨਾ, ਇਕੜੇ ਮਾਇਆ ਜੰਜਾਲ ਬੁਣਦੀ ਹੈ। ਉਹਨੇ ਤੈਨੂੰ ਜੰਜਾਲ ਦੇ ਵਿੱਚ ਬੰਨ੍ਹ ਲਿਆ, ਚਾਰੇ ਪਾਸਿਓਂ ਘਿਰਿਆ ਹੋਇਆ। ਇਹ ਜੰਜਾਲ ਆ ਜਿਹੜਾ ਪਿਆਰਿਆ, ਇਹ ਟੁੱਟਣਾ ਨਹੀਂ ਹੈ। ਇੱਕੋ ਹੀ ਤਰੀਕੇ ਨਾਲ ਟੁੱਟ ਸਕਦਾ। ਲਾਦ ਖੇਪ ਸੰਤੈ ਸੰਗ ਚਾਲ। ਜਿਵੇਂ ਜਦ ਕੋਈ ਆਪਣਾ ਸ਼ਹਿਰ ਜਾਂ ਪਿੰਡ ਛੱਡ ਦਿੰਦਾ, ਖਾਸ ਕਰਕੇ ਪਿਛਲੇ ਸਮਿਆਂ ਦੇ ਵਿੱਚ, ਤਾਂ ਲੋਕ ਜਿਵੇਂ ਜਦੋਂ ਹਿੰਦੁਸਤਾਨ ਦਾ ਬਟਵਾਰਾ ਹੋਇਆ ਤਾਂ ਹਿੰਦੁਸਤਾਨ ਵੱਲੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਾਕਿਸਤਾਨ ਗਏ ਤੇ ਪਾਕਿਸਤਾਨ ਦੇ ਵਿੱਚੋਂ ਲੱਖਾਂ ਦੀ ਗਿਣਤੀ 'ਚ ਲੋਕ ਹਿੰਦੁਸਤਾਨ ਆਏ। ਰੱਬ ਦੇ ਨਾਂ ਦੇ ਉੱਤੇ ਦੋਨਾਂ ਪਾਸਿਆਂ ਨੇ ਤਲਵਾਰਾਂ ਚਲਾਈਆਂ। ਆਪਣੇ ਭਰਾਵਾਂ ਵਰਗੇ ਭਰਾਵਾਂ ਨੂੰ ਵੱਢਿਆ, ਆਪਣੀਆਂ ਮਾਵਾਂ ਵਰਗੀਆਂ ਮਾਵਾਂ ਨੂੰ ਮਾਰਿਆ ਤੇ ਆਪਣੇ ਬਜ਼ੁਰਗਾਂ ਵਰਗੇ ਬਜ਼ੁਰਗਾਂ ਦਾ ਕਤਲ ਕੀਤਾ। ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਪਰ ਡਰ ਇੰਨਾ ਸੀ ਕਿ ਗੱਡਿਆਂ ਦੇ ਉੱਤੇ ਲੱਦ ਕੇ ਕਾਫਲੇ ਚੱਲਦੇ ਸੀ, ਇਕੱਲੇ ਤੇ ਇਕੱਲੇ ਨੂੰ ਮਾਰ ਦਿੰਦੇ ਸੀ। ਲੋਕਾਂ ਦੀ ਭੀੜ 50-100 ਦੀ ਗਿਣਤੀ, 200 ਦੀ ਗਿਣਤੀ ਦੇ ਵਿੱਚ
ਥੋੜ੍ਹਾ ਬਹੁਤਾ ਮੁਕਾਬਲਾ ਕਰਦੀ ਸੀ। ਕੱਲੇ ਲਟੇਰੇ ਡਰ ਜਾਂਦੇ ਸੀ। ਕਾਫਲੇ ਦੇ ਵਿੱਚ ਚੱਲਦੇ ਸੀ, ਬਚਾਅ ਹੋ ਜਾਂਦਾ ਸੀ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਇੱਥੇ ਸਾਨੂੰ ਸਮਝਾ ਰਹੇ ਨੇ ਕਿ ਪ੍ਰਾਣੀ ਤੂੰ ਫਸਿਆ ਬੜਾ ਖਸੂਤਾ ਹੋਇਆ, ਚਾਰੇ ਪਾਸੇ ਤੇਰੇ ਸੰਗਤ ਮਾੜੀ ਹੈ, ਜੰਜਾਲ ਦੇ ਵਿੱਚ ਫਸਿਆ ਹੋਇਆ। ਤੈਨੂੰ ਹੁਣ ਕਾਫਲੇ ਦੇ ਵਿੱਚ ਮਿਲਣਾ ਪੈਣਾ। ਲੱਦ ਲੈ ਸਮਾਨ ਆਪਣਾ ਹਿਰਦੇ ਰੂਪੀ ਗੱਡੇ ਦੇ ਉੱਤੇ, ਤੇ ਸੰਤ ਹੈ ਸੰਗ ਚਾਲ। ਜਿਹੜੇ ਸੰਤਾਂ ਦਾ ਕਾਫਲਾ ਹੈ, ਉਹਨਾਂ ਦੀ ਸੰਗਤ ਵਾਲਾ, ਉਹਦੇ ਵਿੱਚ ਮਿਲ ਜਾ ਤੇ ਉਹਨਾਂ ਦੇ ਨਾਲ ਤੁਰਿਆ ਜਾ। ਫਿਰ ਜਿਹੜਾ ਸੰਤੇ ਦਾ ਕਾਫਲਾ ਹੈ, ਸੰਤਾਂ ਮਹਾਂਪੁਰਸ਼ਾਂ ਦਾ ਕਾਫਲਾ ਹੈ, ਉਹ ਤੋਂ ਮਾਇਆ ਭੈ ਖਾਂਦੀ ਹੈ। ਜਿਹੜੇ ਮਾਇਆ ਦੇ ਲਟੇਰੇ ਆ ਉਹ ਵੀ ਡਰਦੇ ਆ, ਨੇੜੇ ਨਹੀਂ ਆਉਂਦੇ, ਕਿਉਂਕਿ ਮਾਇਆ ਨੇ ਵੀ ਵਾਅਦਾ ਕੀਤਾ ਹੋਇਆ ਬਈ ਮੈਂ ਗੁਰੂ ਦੇ ਪਿਆਰਿਆਂ 'ਤੇ ਸਿੱਧਾ ਹਮਲਾ ਨਹੀਂ ਕਰੂੰਗੀ, ਮੈਂ ਬਲ ਛਲ ਦੇ ਨਾਲ ਕਰੂੰਗੀ, ਪ੍ਰਭੂ ਦਾ ਨਾਂ ਜਪਣ ਤੋਂ ਰੋਕੂੰਗੀ, ਪਰ ਚਤੁਰਾਈ ਦੇ ਨਾਲ। ਪਿਆਰਿਆ, ਜਦ ਤੂੰ ਕਾਫਲੇ ਦੇ ਵਿੱਚ ਜਾ ਰਿਹਾ, ਰੰਬਕ ਤੁਰ ਰਿਹਾ, ਚਾਰੇ ਪਾਸੇ ਤੇਰੀ ਸੋਭਾ ਹੋ ਰਹੀ ਹੈ। ਔਰ ਖਾਸ ਕਰਕੇ ਜਿਹੜੇ ਮਿਸ਼ਨ ਉੱਤੇ ਤੂੰ ਚੱਲਿਆ, ਪ੍ਰਭੂ ਦੀ ਦਰਗਾਹ ਵੱਲ ਨੂੰ, ਤੇਰੇ ਵੱਲ ਇਹ ਲਟੇਰੇ ਦੇਖ ਨਹੀਂ ਸਕਦੇ। ਇਹ ਤਾਂ ਵਿਚਾਰੇ ਆਪਣੇ ਦਿਨ ਕੱਟਦੇ ਆ। ਪ੍ਰਭੂ ਵਾਲਿਆਂ ਦੇ ਕਾਫਲੇ ਵੱਲ ਇਹਨਾਂ ਦੀ ਕੀ ਮਜਾਲ ਦੇਖ ਲੈਣ। ਇਹ ਤਾਂ ਸਗੋਂ ਤੈਨੂੰ ਧੰਨ ਧੰਨ ਕਹੇ ਸਭ ਕੋਏ। ਪਿਆਰਿਆ, ਇਹ ਤਾਂ ਤੇਰੀ ਸੋਭਾ ਕਰ ਰਹੇ ਨੇ ਵੀ ਦੇਖਿਆ, ਨਿਕਲ ਗਿਆ ਸਾਡੇ ਚੋਂ, ਬੰਦਾ ਬਣ ਗਿਆ, ਗੁਰੂ ਨੇ ਉਹਨੂੰ ਅਪਣਾ ਲਿਆ, ਹੁਣ ਪ੍ਰਭੂ ਦੇ ਦਰਬਾਰ ਨੂੰ ਚੱਲਿਆ। ਧੰਨ ਧੰਨ ਕਰ ਰਹੇ ਨੇ। ਮੁੱਖ ਉਜਲ ਹਰ ਦਰਗਹਿ ਸੋਏ। ਤੇਰਾ ਚਿਹਰਾ ਜਿਹੜਾ ਰੋਸ਼ਨ ਹੋ ਜਾਣਾ। ਦੁਨੀਆ ਨੂੰ ਰੋਸ਼ਨੀ ਪਹੁੰਚਾਉਣ ਵਾਲਾ ਪ੍ਰਭੂ ਜਿਹੜੇ ਤਖਤ ਉੱਤੇ ਬੈਠਦਾ ਹੈ, ਜਿਹੜਾ ਸੂਰਜਾਂ ਨੂੰ ਬਣਾਉਣ ਵਾਲਾ, ਦੁਨੀਆ ਦੇ ਵਿੱਚ ਠੰਡਕਾਂ ਪਹੁੰਚਾਉਣ ਵਾਲਾ, ਅਤੀ ਚਮਕ ਦਮਕ ਪੈਦਾ ਕਰਨ ਵਾਲਾ ਕ੍ਰੀਏਟਰ, ਤੂੰ ਉਹਦੀ ਦਰਗਾਹ ਨੂੰ ਚੱਲਿਆ। ਤੈਨੂੰ ਤਾਂ ਚਾਅ ਚੜ੍ਹਿਆ ਹੋਊਗਾ, ਜਿਵੇਂ ਦਰਿਆਵੀ ਮੇਲਾ ਦੇਖਣ ਵਾਲਾ ਛੜੱਪੇ ਮਾਰ ਕੇ ਲੋਕਾਂ ਨੂੰ ਦੱਸਦਾ ਕਿ ਮੈਂ ਮੇਲੇ ਨੂੰ ਚੱਲਿਆ। ਇਹ ਵਪਾਰ ਬਿਰਲਾ ਵਪਾਰੇ। ਇਹ ਭਾਈ ਗੁਰਮੁਖ ਪਿਆਰਿਆ, ਜਿਹੜੀ ਤੇਰੀ ਲਿਸਟ ਬਦਲ ਗਈ, ਪ੍ਰੀਤਮ ਪਿਆਰੇ ਨੇ ਤੈਨੂੰ ਡੁਪਲੀਕੇਟ ਲਿਸਟ ਦੇ ਦਿੱਤੀ, ਤੇ ਤੈਂ ਉਹਦੀ ਗੱਲ ਸੁਣ ਲਈ, ਸਮਝ ਲਈ। ਹੁਣ ਤੂੰ ਸੰਤਾਂ ਦਾ ਜਿਹੜਾ ਕਾਫਲਾ ਉਹਦੇ ਵਿੱਚ ਰਲ ਗਿਆ। ਹੁਣ ਤੂੰ ਚੱਲਿਆ ਪ੍ਰਭੂ ਦੇ ਦਰਬਾਰ 'ਚ ਨੂੰ। ਤੇਰੀ ਸੋਭਾ ਹੋ ਰਹੀ ਹੈ ਚਾਰੇ ਪਾਸੇ, ਚਿਹਰਾ ਤੇਰਾ ਚਮਕ ਰਿਹਾ, ਰੰਗ ਨਵੇਲਾ ਤੇਰੇ ਉੱਤੇ ਚੜ੍ਹ ਗਿਆ। ਇਹ ਜਿਹੜਾ ਬਿਜ਼ਨਸ ਤੈਂ ਕੀਤਾ, ਇਹਨੂੰ ਕੋਈ ਹੀ ਕਰ ਸਕਦਾ। ਇਹ ਜਿਹੜੀ ਸੌਦਾਗਰੀ ਤੈਂ ਕੀਤੀ ਹੈ, ਦੇਰ ਆਇਆ ਦਰੁਸਤ ਆਇਆ। ਬਹੁਤ ਥੋੜ੍ਹੇ ਪ੍ਰਾਣੀ ਇਸ ਵਣਜ ਦੀ ਸੌਦਾਗਰੀ ਕਰਦੇ ਹਨ। ਤੂੰ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ। ਪਰ ਤੈਨੂੰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੇਰੀ ਸਿਫਤ ਸਲਾਹ ਤਾਂ ਕਰ ਹੀ ਰਹੇ ਹਨ, ਪਰ ਉਹ ਕਹਿੰਦੇ
ਨਾਨਕ ਤਾਂ ਕੈ ਸਦ ਬਲਹਾਰੇ। ਤੇਰੇ ਵਰਗੇ ਭਗਤਾਂ ਉੱਤੋਂ ਸਦਾ ਸਦਾ ਦੇ ਲਈ ਗੁਰੂ ਸਾਹਿਬਾਨ ਬਲਹਾਰੇ ਜਾਂਦੇ ਨੇ, ਕੁਰਬਾਨ ਜਾਂਦੇ ਹਨ। ਭਲਿਆ ਤੂੰ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੇ ਮੁੱਖ ਉਜਲੇ ਕਰਦੇ ਨੇ ਲੋਕਾਂ ਦੇ, ਜਿਨ੍ਹਾਂ ਦੇ ਆਪ ਦੇ ਮੁੱਖ ਉਜਲੇ ਹਨ, ਜਿਨ੍ਹਾਂ ਦੇ ਇਸ਼ਾਰੇ ਉੱਤੇ 33 ਕਰੋੜਾਂ ਲੋਕ ਤਰ ਜਾਂਦੇ ਹਨ। ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਹੈ ਤੇਰੇ ਉੱਤੇ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ, ਜਿਸ ਬਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। The merchandise you are looking for, and you came to this planet to obtain, that is only available in the homes of saints. The name of omnipresent Lord Vaheguru. A Mr. Human being, you came to the planet to look for the most important desire fulfilled name of Lord. Only availability is the home of God's lovers. Taj abman leo man mol, Ram naam hirday mein tol. To gain something, you have to pay back something. To get God's blessing, you have to leave some evil. And biggest evil you are carrying is your pride, your I-ness. So just throw away, renounce your self-conceit. Weigh Lord's name within your mind and purchase with the price of your soul. That is the business you came here to do. Laad khep Sante ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। Load all your merchandise and set out with the saints. Group of saints is already going towards Guru. Their mission is to go to Lord's kingdom, God's court. But your entanglements are taking you away from them. Your deadly sins are keeping you separate from them. Abandon all those. They are not any useful to you. Just load merchandise and set out and join yourself to God's lovers group, and you get out from this entanglement of Maya. Tan tan kahe sab koe. Everybody is chanting now. Blessed, blessed. Well, everyone call thee. You are great now. Everybody is appreciating you. You cross the line. Mukh ujjal har dargah soe. Your face is bright now. Your color is different.
because you are going to God's court. The face bright, your walking is different, your talking is different, because you are on the right path, truth path. You left the false, you follow the real business of Guru Nanak. ਇਹੋ ਵਪਾਰ ਬਿਰਲਾ ਵਪਾਰ ਹੈ, ਨਾਨਕ ਤੈ ਕੇ ਸਦ ਬਲਹਾਰੈ. The business you started is the real one. Not everybody can get to this trade. Very few, only a few people have luck to do it, and you are one of them now. Nanak taakੈ sad balharੈ. Nanak is ever devoted into them. The people who do this business, who do this trade, Nanak is always sacrificed to them. Guru ਪਿਆਰਿਓ, ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਹੈ. The secret, truth, secret, ਸਭ ਤੋਂ ਖਤਰਨਾਕ ਬਿਮਾਰੀ ਇਨਸਾਨ ਦੀ ਪ੍ਰਾਈਡ ਹੈ, ਮਾਇਆ ਹੈ. ਇਸ ਮਾਇਆ ਨੂੰ ਖਤਮ ਕਰਨ ਦੇ ਲਈ ਉਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ, ਕਮਜ਼ੋਰ ਹੈ, ਨਿਰਬਲ ਹੈ. ਬਿਲਕੁਲ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਕੋਈ ਚਿੱਕੜ ਵਾਲਾ ਥਾਂ ਹੈ, ਚੀਕਣੀ ਮਿੱਟੀ ਵਾਲਾ, ਉਹਦੇ ਵਿੱਚ ਪ੍ਰਾਣੀ ਫਸਿਆ ਹੋਇਆ ਹੈ. ਜਿੰਨਾ ਜ਼ੋਰ ਲਗਾਉਂਦਾ ਹੈ ਉਹਨਾਂ ਥੱਲੇ ਧੱਸਦਾ ਜਾਂਦਾ ਹੈ. ਉਹਦੀ ਸ਼ਕਤੀ ਉਹਦੇ ਉਲਟ ਕੰਮ ਕਰ ਰਹੀ ਹੈ. ਉਹ ਬਾਹਰ ਨਿਕਲ ਹੀ ਨਹੀਂ ਸਕਦਾ, ਹੋਰ ਹੀ ਥੱਲੇ ਜਾਵੇਗਾ. ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਸ ਅਵਸਥਾ ਦੇ ਵਿੱਚ ਉਹਨੂੰ ਕੋਈ ਬਾਹਰੋਂ ਸਪੋਰਟ ਦੀ ਲੋੜ ਹੈ, ਕੋਈ ਬਾਹਰੋਂ ਉਹਨੂੰ ਖਿੱਚ ਲਵੇ, ਉਹ ਬਾਹਰ ਨਿਕਲ ਸਕਦਾ ਹੈ ਆਸਾਨੀ ਦੇ ਨਾਲ. ਇਸੇ ਤਰ੍ਹਾਂ ਇਨਸਾਨ ਹੈ, ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ. ਜਿੰਨਾ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਚੀਕਣੀ ਮਿੱਟੀ ਦੀ ਤਰ੍ਹਾਂ ਓਨੀ ਹੀ ਮਾਇਆ ਉਹਨੂੰ ਹੋਰ ਫਸਾਉਂਦੀ ਹੈ, ਹੋਰ ਧਰਤੀ ਦੇ ਵਿੱਚ ਧਸੀ ਜਾਂਦਾ ਹੈ, ਧਸੀ ਜਾਂਦਾ ਹੈ. ਆਇਆ ਸੀ ਕਿਸੇ ਕੰਮ 'ਤੇ ਫਸ ਗਿਆ ਕਿਸੇ ਹੋਰ ਪਾਸੇ, ਆਇਆ ਸੀ ਪ੍ਰਭੂ ਦਾ ਨਾਮ ਖਰੀਦਣ ਇਸ ਧਰਤੀ ਉੱਤੇ, 84 ਲੱਖ ਜੂਨ ਦੇ ਵਿੱਚੋਂ ਨਿਕਲਣ ਦੇ ਲਈ, ਪ੍ਰਭੂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ, ਪਰ ਬਸ ਪੈ ਗਿਆ ਮਾਇਆ ਦੇ. ਪ੍ਰੀਤਮ ਪਿਆਰੇ ਸਮਝਾਉਂਦੇ ਹਨ ਕਿ ਸਾਧੂ ਜਨ ਲੋਕ ਹੈ, ਉਹ ਤੇਰੀ ਸਹਾਇਤਾ ਪ੍ਰਾਣੀ ਕਰ ਸਕਦੇ ਹਨ. ਤੈਨੂੰ ਛੱਡਣਾ ਪਵੇਗਾ ਕੁਛ ਲੈਣ ਦੇ ਲਈ. ਦੁਨੀਆ ਦਾ ਵੀ ਦਸਤੂਰ ਹੈ, ਅਗਰ ਕੁਝ ਲੈਣਾ ਹੈ ਤਾਂ ਦੇਣਾ ਪੈਂਦਾ ਹੀ ਹੈ. ਇੱਥੇ ਤੇਰੀ ਮੈਂ ਜਿਹੜੀ ਤੇਰੇ ਬਿਲਕੁਲ ਕੰਮ ਦੀ ਨਹੀਂ ਹੈ, ਬਿਲਕੁਲ ਤੈਨੂੰ ਫਸਾਉਂਦੀ ਰਹੀ ਹੈ, ਅੱਜ ਉਹ ਤੈਨੂੰ 10 ਗੁਣਾ ਮੁੱਲ ਉੱਤੇ ਤੇਰੀ ਮੈਂ ਵਿਕਦੀ ਹੈ. ਤੈਨੂੰ ਉਹਦੇ ਵੱਟੇ ਰਾਮ ਨਾਮ ਮਿਲਦਾ ਹੈ. ਸੌਦਾ ਮਾੜਾ ਨਹੀਂ, ਵਿਚਾਰ ਕਰਕੇ ਇੱਕ ਪਲ ਵੀ ਨਾ ਲਾ. ਮੈਂ ਨੂੰ ਦੇ ਕੇ, ਆਪਣੇ ਮਨ ਨੂੰ ਵਿੱਚ ਦੇ ਕੇ, ਜੇ ਤੈਨੂੰ ਪ੍ਰਭੂ ਮਿਲਦਾ
ਤਾਂ ਇਦੋਂ ਸਸਤਾ ਸੌਦਾ ਕੀ ਹੋ ਸਕਦਾ ਹੈ। ਆਪਣੇ ਆਪ ਨੂੰ ਕੁਰਬਾਨ ਕਰ ਦੇ, ਇੱਕ ਪਲ ਵੀ ਨਾ ਲਗਾ। ਆਪਣਾ ਡੰਡਾ ਡੋਰੀਆ ਚੁੱਕ ਲੈ, ਬੰਨ੍ਹ ਲੈ, ਆਪਣੀ ਗਠੜੀ ਤਿਆਰ ਕਰ ਲੈ, ਤੇ ਜਿਹੜਾ ਗੱਡਾ ਸਾਧੂਆਂ ਦਾ ਚੱਲਿਆ ਉਹਦੇ ਵਿੱਚ ਬੈਠ ਜਾ ਗਠੜੀ ਲੈ ਕੇ। ਤੇ ਪ੍ਰੀਤਮ ਦੀ ਦਰਗਾਹ ਨੂੰ ਇਹ ਗੱਡਾ ਚੱਲਿਆ, ਪਰ ਜਿਹੜਾ ਤੇਰਾ ਦੂਜਾ ਸੌਦਾ ਸਮਾਨ ਚਮਕਣੇ ਵਾਲਾ ਦਮਕਣੇ ਵਾਲਾ ਪਿਆ, ਇਹਦਾ ਉੱਥੇ ਕੋਈ ਕੰਮ ਨਹੀਂ ਹੈ। ਇਹਨੂੰ ਇੱਥੇ ਹੀ ਰੱਖ ਦੇ, ਇਹਨੂੰ ਇੱਥੇ ਤਿਆਗ ਦੇ, ਕਿਉਂਕਿ ਇਹਦਾ ਕੋਈ ਮੁੱਲ ਨਹੀਂ ਹੈ। ਤੇਰੀ ਜੈ ਜੈਕਾਰ ਹੋ ਜਾਵੇਗੀ ਪਿਆਰਿਆ। ਜੈ ਜੈਕਾਰ ਤਾਂ ਤੂੰ ਦੁਨੀਆ ਦੇ ਵਿੱਚ ਵੀ ਕਰਵਾਉਂਦਾ ਰਿਹਾ, ਪਰ ਉਹ ਝੂਠੀ ਸੀ। ਜੈ ਜੈਕਾਰ ਵੀ ਝੂਠੀ ਸੀ, ਤੇਰਾ ਸਤਿਕਾਰ ਵੀ ਝੂਠਾ ਸੀ। ਤੂੰ ਹੋਰਾਂ ਨੂੰ ਫੂਕ ਛਕਾਈ ਜਾਂਦਾ ਸੀ, ਤੈਨੂੰ ਹੋਰ ਫੂਕ ਛਕਾਈ ਜਾਂਦੇ ਸੀ। ਤੂੰ ਵੀ ਫੂਕ ਵਾਲਾ ਫੁਕਰਾ ਬਣ ਗਿਆ। ਜਿਹੜੇ ਤੈਨੂੰ ਫੂਕ ਛਕਾਉਂਦੇ ਸੀ ਉਹ ਵੀ ਫੁਕਰੇ ਬਣ ਗਏ। ਫੂਕ ਭਰੀ ਗਿਆ, ਪਰ ਪ੍ਰਭੂ ਦੀ ਦਰਗਾਹ ਦੇ ਵਿੱਚ ਇਹ ਫੂਕ ਦਾ ਕੋਈ ਕੰਮ ਨਹੀਂ ਹੈ। ਮੁੱਖ ਉਜਲਿਆਂ ਵਾਲੇ ਦੀ ਕਦਰ ਹੈ। ਉੱਥੇ ਤੇਰੇ ਮੁੱਖ ਦੇ ਉੱਤੇ ਉਜਲ ਸਫੈਦ ਸੋਨੇ ਵਰਗਾ ਰੰਗ ਚੜ੍ਹ ਜਾਵੇਗਾ। ਇਸ ਤਰ੍ਹਾਂ ਦਾ ਵਪਾਰ ਹੈ ਭਲਿਆ, ਜਿਹੜਾ ਤੈਂ ਗੁਰੂ ਦੀ ਮਿਹਰ ਨਾਲ ਕੀਤਾ ਹੈ। ਕਿੰਨੇ ਕੁ ਕਰਦੇ ਆ? ਭਾਗਾਂ ਵਾਲਿਆਂ ਤੋਂ ਬਿਨਾਂ ਕੌਣ ਕਰ ਸਕਦਾ ਹੈ? ਪੂਰਬਲੇ ਜਨਮਾਂ ਤੋਂ ਬਿਨਾਂ ਕਿਹਦੇ ਹਿੱਸੇ ਦੇ ਵਿੱਚ ਆਉਂਦਾ ਹੈ? ਪਰ ਤੇਰੇ ਆ ਗਿਆ। ਇਹ ਵਪਾਰ ਤੈਨੂੰ ਸੋਹਣਾ ਸੁਹਾਵਣਾ, ਤੇਰੇ ਜੀਵਨ ਦਾ ਮੋਕਸ਼ ਤੈਨੂੰ ਮਿਲ ਗਿਆ। ਨਾਨਕ ਤੇਰੇ ਉੱਤੋਂ ਕੁਰਬਾਨ ਹੁੰਦਾ। ਪੰਜਵੇਂ ਜਾਮੇ ਦੇ ਵਿੱਚ ਨਾਨਕ ਤੇਤੋਂ ਬਲਿਹਾਰੇ ਜਾਂਦਾ। ਤੂੰ ਪ੍ਰੀਤਮ ਵੱਲ ਨੂੰ ਚੱਲਿਆ। ਗੁਰੂ ਪਿਆਰਿਓ, ਅੱਜ ਆਪਾਂ 15ਵੀਂ ਅਸ਼ਟਪਦੀ ਪਦ ਨੰਬਰ 5ਵਾਂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਮਿਹਰ ਨਾਲ ਵਿਚਾਰਿਆ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।